अस्सलाम वालेकुम वीडियो तो भराओ की हाल है। ठीक हो से ठीक है। उम्मीद है सब लोग ठीक होवोगे, खैरियत नाल होवोगे। मैं एक दफ़ा फिर आ गया ਤੁਹਾਡੇ ਆਪਣੇ ਚੈਨਲ ਜਾਨੀ 99 ਪਿਜਨ ਤੋਂ। ਤੇ ਅੱਜ ਅਸੀਂ ਗੱਲ ਕਰਾਂਗੇ ਮਲੱਠੀ ਦਾ ਫਾਇਦਾ ਤੇ ਮਲੱਠੀ ਕਿਸ ਤਰ੍ਹਾਂ ਇਸਤੇਮਾਲ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ। ਤੇ ਨਾਲ ਇੱਕ ਦੋ ਚੀਜ਼ਾਂ ਤੇ ਹੋਰ ਤੁਹਾਡੇ ਨਾਲ ਗੱਲ ਕਰਾਂਗੇ ਜੇ ਅਗਰ ਕਿਸੇ ਵੀਰ ਭਰਾ ਨੂੰ ਸਮਝ ਆ ਗਈ। ਤੇ ਮੇਨ ਮਕਸਦ ਸਾਡਾ ਇਹ ਹੀ ਹੈ ਕਿ ਤੁਹਾਡੇ ਵਾਸਤੇ ਕਬੂਤਰਬਾਜ਼ੀ ਦੇ ਵਿੱਚ ਆਸਾਨੀ ਹੋਵੇ। ਤੇ ਮਲੱਠੀ ਜਿਹੜੀ ਹੈ ਨਾ, ਜਿਹੜੇ ਵੀਰ ਭਰਾ ਤੇ ਗਰਮੀ ਦਾ ਸ਼ੌਕ ਕਰਦੇ ਉਹਨਾਂ ਤੇ ਕੋਸ਼ਿਸ਼ ਕਰਕੇ ਰਾਤੀ ਜਿਹੜਾ ਟੋਟਾ ਜਿਹੜਾ ਨਾ ਇੱਕ ਮਲੱਠੀ ਦਾ ਗਲਾਸ ਇੱਕ ਜਾਂ ਕੱਪ ਇੱਕ ਪਾਣੀ ਲੈ ਕੇ ਨਾ ਤੇ ਉਹਦੇ ਦੋ ਪੋਟੇ ਜਿਹੜਾ ਨਾ ਉਹ ਮਲੱਠੀ ਦਾ ਟੋਟਾ ਤੁਸੀਂ ਮਿਕਸ ਕਰ ਲਿਆ ਕਰੋ। ਉਹਦੇ ਵਿੱਚ ਇਹ ਹੁੰਦਾ ਕਿ ਸੁਬਾਹ ਜਾਣ ਲੱਗੇ ਕਬੂਤਰ ਨੂੰ ਤੁਸੀਂ ਇਹ ਪਾਣੀ ਦੇ ਸਕਦੇ ਹੋ। ਉਹਦੇ ਨਾਲ ਫਾਇਦਾ ਉਹਦੇ ਨਾਲ ਇਹ ਹੋਵੇਗਾ, ਮਲੱਠੀ ਜਿਹੜਾ ਨਾ ਇਹਦਾ ਕੰਮ ਮੇਨ ਇਹ ਹੈ ਕਿ ਗਲਾ ਤਰ ਰੱਖਣਾ ਔਰ ਸਾਫ਼ ਰੱਖਣਾ। ਤੇ ਜਿਹੜਿਆਂ ਜਿਹੜਿਆਂ ਕਬੂਤਰਾਂ ਦਾ ਗਲਾ ਸਾਫ਼ ਹੋਵੇਗਾ ਜਾਂ ਗਲਾ ਉਹਨਾਂ ਦਾ ਤਰ ਹੋਵੇਗਾ, ਉਹ ਹੀ ਕਬੂਤਰ ਜਿਹੜੇ ਨੇ ਉਹ ਤੁਹਾਡੇ ਜਿਹੜੇ ਨੇ ਉਹ ਅੱਛੇ ਉੱਡਣ ਦੇ, ਅੱਛੀ ਪਰਫਾਰਮੈਂਸ ਦੇਣ ਦੇ। ਤੇ ਜਿਨ੍ਹਾਂ ਕਬੂਤਰਾਂ ਦਾ ਗਲਾ ਖੁਸ਼ਕ ਹੋ ਜਾਂਦਾ ਪ੍ਰਵਾਸ ਦੇ ਦੌਰਾਨ, ਤੇ ਫਿਰ ਉਹ ਵਿਚਾਰੇ ਕਬੂਤਰ ਜਿਹੜਾ ਉਹ ਟਾਈਮ ਤੋਂ ਪਹਿਲਾਂ ਆ ਕੇ ਬਹਿ ਜਾਂਦੇ ਨੇ। ਤੇ ਪਾਣੀ ਜਿਹੜਾ ਤੁਸੀਂ ਵੀਰਾਂ ਭਰਾਵਾਂ ਨੇ ਇਹ ਤੁਸੀਂ ਤੱਕਦੇ ਹੋ ਨਾ, ਜਿਹੜੇ ਬੰਦਿਆਂ ਦੇ ਕਬੂਤਰ ਜਿਹੜੇ ਬਾਹਰ ਜਾ ਕੇ ਤੇ ਪਾਣੀਆਂ ਦੇ ਵਿੱਚ ਟਹਿੰਦੇ ਨੇ ਕਬੂਤਰ, ਉਹ ਕਿਸ ਵਜ੍ਹਾ ਤੋਂ ਬਾਹਰ ਪਾਣੀ ਦੇ ਵਿੱਚ ਟਹਿੰਦੇ ਨੇ। ਕਬੂਤਰਾਂ ਨੂੰ ਹੱਦ ਤੋਂ ਜ਼ਿਆਦਾ ਜਿਸ ਟਾਈਮ ਗਰਮ ਕਰਦੇ ਨੇ ਨਾ, ਤੇ ਫਿਰ ਉਹਦੇ ਤੋਂ ਬਾਅਦ ਕਬੂਤਰਾਂ ਨੂੰ ਪਾਣੀ ਉਹਨਾਂ ਦਾ ਜਿਸ ਹਿਸਾਬ ਨਾਲ ਕਬੂਤਰ ਨੂੰ ਗਰਮ ਕੀਤਾ ਹੁੰਦਾ ਨੇ ਉਸ ਹਿਸਾਬ ਦੇ ਨਾਲ ਕਬੂਤਰ ਨੂੰ ਪਾਣੀ ਉਹਦਾ ਪੂਰਾ ਨਹੀਂ ਕਰਦੇ, ਫਿਰ ਕਬੂਤਰ ਜਾ ਕੇ ਟਹਿੰਦੇ ਨੇ। ਤੇ ਜਾਂ ਫਿਰ ਇਸ ਗਰਮੀ ਦੇ ਵਿੱਚ ਜਿਹਨੇ ਕਬੂਤਰਾਂ ਨੂੰ ਮੁੱਤ ਦਿਲ ਕਰਕੇ ਨਹੀਂ ਡਾਣਾ, ਉਸ ਬੰਦੇ ਦੇ ਕਬੂਤਰ ਵੀ ਅੱਛਾ ਕਬੂਤਰ ਨਹੀਂ ਉੱਡਣ ਲੱਗੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਬੂਤਰ ਨੂੰ ਕਿਤਨੇ ਟੈਂਪਰੇਚਰ ਦੇ ਵਿੱਚ ਜਿਹੜਾ ਮੈਂ ਕਬੂਤਰ ਨੂੰ ਨਾਲ ਠੰਡਾ ਵੀ ਕਰਨਾ ਤੇ ਕਿਤਨੇ ਟੈਂਪਰੇਚਰ ਦੇ ਵਿੱਚ ਇਹਨੂੰ ਮੈਂ ਫਿਰ ਵਾਪਸ ਆਪ ਨੂੰ ਇਹਨੂੰ ਗਰਮ ਵੀ ਕਰਨਾ। ਤੇ ਜ਼ਿਆਦਾਤਰ ਉਸਤਾਦ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਈ ਸਵੇਰ ਜਿਸ ਟਾਈਮ ਨਾ ਖੁਰਾਕ ਦਾ ਟਾਈਮ ਹੁੰਦਾ ਨਾ, ਜਿਸ ਦਿਹਾੜੇ ਬੰਦੇ ਆਖਦੇ ਨਾ ਡੱਕ ਹੁੰਦੀ ਹੈ, ਤਾਂ ਹੁਣ ਜ਼ਿਆਦਾ ਯਾਰ ਦੋਸਤ ਵੀਰ ਭਰਾ ਮਾਰ ਕਿੱਥੋਂ ਖਾਂਦੇ ਨੇ ਪਏ ਕਿ ਜਿਸ ਦਿਹਾੜੇ ਡੱਕ ਹੁੰਦੀ ਹੈ ਨਾ ਉਸ ਦਿਹਾੜੇ ਉਹ ਲੇਟ ਜਾਂਦੇ ਨੇ। ਹਾਲਾਂਕਿ ਡੱਕ ਵਾਲੇ ਦਿਹਾੜੇ ਕੰਮ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ, ਕਬੂਤਰਬਾਜ਼ ਬੰਦੇ ਦਾ ਜਿਹੜਾ ਹੈ ਨਾ ਕੰਮ ਉਹ ਬਹੁਤ ਜ਼ਿਆਦਾ ਹੁੰਦਾ ਹੈ। ਕਿਉਂਕਿ ਜੇ ਤੁਸੀਂ ਮਿਸਾਲ ਦੇ ਤੌਰ 'ਤੇ ਕਬੂਤਰਾਂ ਨੂੰ ਡੱਕ ਵਾਲੇ ਦਿਹਾੜੇ ਤੁਸੀਂ ਸਵੇਰ ਉੱਠ ਕੇ ਜਿਹੜਾ ਉਹਨਾਂ ਨੂੰ ਕਬੂਤਰਾਂ ਨੂੰ ਕੋਈ ਹਲਕਾ ਫੁਲਕਾ ਕੋਈ ਖੁਰਾਕ ਦੇਣੀ ਹੈ ਜਾਂ ਕੁਝ ਵੀ ਸਿਸਟਮ ਕਰਨਾ, ਜਿਨ੍ਹਾਂ ਬੰਦਿਆਂ ਨੇ ਤੇ ਕਬੂਤਰਾਂ ਨੂੰ ਲਾਇਆ ਹੁੰਦਾ ਨਾ ਰਾਸ਼ ਤੇ ਲਾਇਆ ਹੁੰਦਾ, ਉਹ ਫਿਰ ਇਹ ਕਰਦੇ ਨੇ ਕਿ ਬਈ ਜੇ 4 ਵਜੇ ਉਹਨਾਂ ਨੇ ਨਾਰਮਲ ਕਬੂਤਰ ਨੂੰ ਰਾਸ਼ ਦੇਣੀ ਹੁੰਦੀ ਹੈ ਨਾ, ਤੇ ਉਹ ਫਿਰ ਇੰਝ ਕਰਦੇ ਨੇ ਕਿ ਉਹ ਕਬੂਤਰ ਨੂੰ ਡੱਕ ਵਾਲੇ ਦਿਹਾੜੇ ਜਿਹੜਾ 5 ਸਾਢੇ 5 ਵਜੇ ਲਾਜ਼ਮੀ ਉੱਠ ਕੇ, ਲੇਟ ਨਹੀਂ ਹੋਣ ਦਿੰਦੇ, 5 ਸਾਢੇ 5 ਵਜੇ ਉੱਠ ਕੇ ਕਬੂਤਰ ਨੂੰ ਖੁਰਾਕ ਦੇ ਕੇ ਤੇ ਫਿਰ ਉਹਨੂੰ ਹਲਕੀ ਫੁਲਕੀ 9 ਸਾਢੇ 9 ਵਜੇ ਤੱਕ ਉਹ ਧੁੱਪ ਵਿੱਚ ਛੱਡ ਦਿੰਦੇ ਨੇ। ਧੁੱਪ ਮਤਲਬ ਹਲਕੀ ਹਲਕੀ ਸੁਬਹ ਦੀ ਹਲਕੀਆਂ ਹਲਕੀਆਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਹੁੰਦੀਆਂ ਨੇ ਵੀ ਉਹ ਉਤਨੀ ਦੇਰ ਵਿੱਚ ਉਹ ਕਬੂਤਰ ਆਪਣੀ ਜਾਲੇ ਵਿੱਚ ਉਰਾਂ ਪਰਾਂ ਉੱਡ ਕੇ ਆਪਣਾ ਜਿਹੜੀ ਖੁਰਾਕ ਹਲਕੀ ਫੁਲਕੀ ਕੋਈ ਦਿੱਤੀ ਹੁੰਦੀ ਮਾਲਕ ਨੇ ਉਹ 10 ਕੁ ਵਜੇ ਤੱਕ ਆਪਣੀ ਉਹ ਹਜ਼ਮ ਕਰ ਜਾਂਦਾ। ਫਿਰ ਉਹਦੇ ਤੋਂ ਬਾਅਦ ਤੁਹਾਡਾ ਜੇ ਕੋਈ ਦਿਲ ਕਰੇ ਭਾਵੇਂ ਖੁਰਾਕ ਦੇ ਲਓ, ਭਾਵੇਂ ਉਹਨੂੰ ਭੋਰੇ ਦੇ ਲਓ ਦੇਸੀ ਘਿਓ ਦੇ ਹਲਕੇ ਫੁਲਕੇ। ਮਤਲਬ ਇਹ ਹੈ ਕਿ ਕਬੂਤਰ ਥੱਲੇ ਜ਼ਮੀਨ 'ਤੇ ਮੂੰਹ ਨਾ ਮਾਰੇ। ਤੇ ਜ਼ਮੀਨ 'ਤੇ ਮੂੰਹ ਉਸੇ ਕਬੂਤਰ ਨੇ ਨਹੀਂ ਮਾਰਨਾ ਜਿਸ ਬੰਦੇ ਦੇ ਮਾਲਕ ਨੇ, ਜਿਸ ਮਾਲਕ ਨੇ ਕਬੂਤਰਾਂ ਦੇ ਕੋਲ ਰਹਿਣਾ ਉਹਦਿਆਂ ਕਬੂਤਰਾਂ ਨੇ ਮੂੰਹ ਨਹੀਂ ਥੱਲੇ ਮਾਰਨਾ। ਨਹੀਂ ਤੇ ਦੂਜੇ ਬੰਦੇ ਨੂੰ ਤੇ ਇਹ ਹੀ ਨਹੀਂ ਨਾ ਪਤਾ ਹੁੰਦਾ ਭਾਈ ਜੀ ਹੁਣ ਕਬੂਤਰ ਕਿਸ ਟਾਈਮ, ਜੇ ਛੱਤ ਹੀ ਨਹੀਂ ਹੋ ਤੁਸੀਂ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਣਾ ਕਿ ਮੇਰਾ ਕਬੂਤਰ ਕਿਸ ਟਾਈਮ ਥੱਲੇ ਲੱਥਾ ਜਾਂ ਕਿਸ ਟਾਈਮ ਥੱਲੇ ਮੂੰਹ ਮਾਰਦਾ ਰਿਹਾ। ਦੂਜੇ ਨੰਬਰ 'ਤੇ ਜਿਹੜਾ ਉਹਦੇ ਤੋਂ ਬਾਅਦ ਜਿਸ ਟਾਈਮ ਤੁਸੀਂ ਤੱਕਣਾ ਨਾ, ਇਹ ਤੇ ਹੋ ਗਈ ਨਾ ਖੁਰਾਕ। 1 1:30 ਵਜੇ ਤੁਸੀਂ ਜਿਹੜਾ ਉਹਨਾਂ ਨੂੰ ਦਾਣਾ ਪਾਣੀ ਬਾਜਰਾ ਪਾਉਂਦੇ ਹੋ ਉਹ ਵੀ ਆਪਣਾ ਕਰਕੇ ਸਕੂਨ ਨਾਲ ਧਿਆਨ ਨਾਲ। ਮਤਲਬ ਜੇ ਅਗਰ ਤੁਸੀਂ ਇੱਕ ਕਬੂਤਰ ਦੀ ਅੱਛੀ ਫਿਰਤ ਲੈਣੀ ਹੈ ਨਾ, ਤੇ ਉਹਦੇ ਪਿੱਛੇ ਅੱਛੀ ਤਰਤੀਬ ਨਾਲ ਉਹਦੀ ਸਾਂਭ ਜਿਹੜੀ ਹੋਈ ਹੋਣੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਜੇ ਅਗਰ ਤਰਤੀਬ ਦੇ ਵਿੱਚੋਂ ਇੱਕ ਚੀਜ਼ ਵੀ ਘੱਟ ਹੋ ਗਈ ਨਾ, ਤੁਸੀਂ ਖੁਰਾਕ ਜ਼ਿਆਦਾ ਚਾਹ ਦਿੱਤੀ ਤੇ ਪਾਣੀ ਘੱਟ ਦਿੱਤਾ ਤਾਂ ਵੀ ਕਬੂਤਰ ਨਹੀਂ ਪਰਫਾਰਮੈਂਸ ਦੇਣ ਲੱਗਾ। ਜੇ ਤੁਸੀਂ ਪਾਣੀ ਜ਼ਿਆਦਾ ਚਾਹ ਦਿੱਤਾ ਖੁਰਾਕ ਘੱਟ ਚਾਹ ਦਿੱਤੀ ਤੇ ਤਾਂ ਵੀ ਕਬੂਤਰ ਤੁਹਾਡਾ ਪਰਫਾਰਮੈਂਸ ਨਹੀਂ ਕਰਨ ਲੱਗਾ। ਤੇ ਇਸ ਗੱਲੇ ਜਿਹੜੀ ਤੁਸੀਂ ਇਹ ਮਿਕਦਾਰ ਹੈ ਨਾ ਇਹਨਾਂ ਚੀਜ਼ਾਂ ਵਾਸਤੇ ਜਿਹੜੇ ਨੇ ਨਾ ਉਹ ਉਸਤਾਦ ਜ਼ਰੂਰੀ ਹੁੰਦੇ ਨੇ। ਉਹ ਫਿਰ ਉਸਤਾਦ ਤੁਹਾਨੂੰ ਦੱਸਦੇ ਨੇ
ਨਹੀਂ ਤੇ ਜੇ ਅਗਰ ਇਕੱਲੇ ਬੰਦੇ ਹੋਵੋ ਤੇ ਫਿਰ ਉਹ ਆਟੋਮੈਟਿਕ ਤੁਹਾਨੂੰ ਤਜਰਬੇ ਵਿੱਚ ਟਾਈਮ ਗੁਜ਼ਰ ਜਾਏਗਾ, ਬਹੁਤ ਜ਼ਿਆਦਾ ਕਬੂਤਰ ਤੁਹਾਡੇ ਜ਼ਾਇਆ ਹੋ ਜਾਣਗੇ। ਤੇ ਉਸਤਾਦ ਬੰਦਿਆਂ ਕੋਲ ਜਾ ਕੇ ਬੰਦਾ ਇਹ ਚੀਜ਼ਾਂ ਸਿੱਖਦਾ ਹੈ ਕਿ ਬੰਦੇ ਦੇ ਕਬੂਤਰ ਵੀ ਨਾ ਜ਼ਾਇਆ ਹੋਣ ਤੇ ਬੰਦਾ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਚੀਜ਼ਾਂ ਸਾਰੀਆਂ ਆਪਣੀਆਂ ਸਾਂਭਦੀਆਂ ਸਿੱਖ ਲੇ ਤੇ ਬੰਦੇ ਨੂੰ ਪਤਾ ਲੱਗ ਜੇ। ਤੇ ਜਿਹੜੇ ਕਬੂਤਰ ਜਿਹੜੇ ਬੰਦੇ ਰਾਤੀ ਸਮਝਦੇ ਨੇ ਨਾ ਕਿ ਮੈਂ ਰਾਤੀ ਕਬੂਤਰ ਨੂੰ ਆਖਰੀ ਵਾਰੀ ਖੁਰਾਕ 8 ਵਜੇ ਗੋਲੀਆਂ ਦਿੱਤੀਆਂ ਹੋਈਆਂ 4, ਤੇ ਸਵੇਰ 4 ਵਜੇ ਅਗਰ ਉਹ ਪਲਟਦਾ ਨਾ ਤੇ ਉਸ ਕਬੂਤਰ ਦੇ ਅੰਦਰੋਂ ਅਗਰ ਅੱਧੀ ਗੋਲੀ ਜਾਂ ਗੋਲੀ ਖੁਰਾਕ ਦੀ ਵਾਪਸ ਨਿਕਲਦੀ ਹੈ ਨਾ ਵੀ ਸਵੇਰ, ਤੇ ਅਗਰ ਤੇ ਉਹ ਸਿਆਣਾ ਬੰਦਾ ਨਾ ਤੇ ਉਹ ਅਗਲੀ ਵਾਰੀ ਇੱਕ ਗੋਲੀ ਉਹਨੂੰ ਘੱਟ ਹੀ ਦੇਦਾ, ਕਿਉਂਕਿ ਉਹਨੂੰ ਪਤਾ ਹੋਵੇਗਾ ਕਿ ਯਾਰ ਰਾਤੀ 8 ਤੋਂ ਲੈ ਕੇ ਤੇ ਸਵੇਰ ਇਹਨੇ 3-4 ਵਜੇ ਤੱਕ 3 ਗੋਲੀਆਂ ਹਜ਼ਮ ਕੀਤੀਆਂ ਨੇ ਤੇ ਇੱਕ ਇਹਦੇ ਪੋਟ ਵਿੱਚ ਰਹਿ ਗਈ। ਤੇ ਉਹ ਜੇ ਅਗਰ ਸਿਆਣਾ ਬੰਦਾ ਹੋਵੇਗਾ ਨਾ ਤੇ ਉਹ 3 ਦੇ ਕੇ ਤੇ ਅਗਲੀ ਵਾਰੀ ਚੌਥੀ ਗੋਲੀ ਨਹੀਂ ਦੇਣ ਲਗਾ ਤੇ ਉਹਨੂੰ ਕਬੂਤਰ ਵਾਸ਼ ਵੀ ਨਹੀਂ ਕਰਨਾ ਪੈਣ ਲਗਾ। ਤੇ ਇਸ ਗੱਲੇ ਲਾਜ਼ਮੀ ਹੈ ਕੋਈ ਵੀ ਅਗਰ ਚੀਜ਼ ਤੁਸੀਂ ਕੋਈ ਵੀ ਕੰਮ ਕਰੋ ਤੇ ਉਹਦੇ ਵਾਸਤੇ ਜ਼ਹਿਰੀ ਗੱਲ ਹੈ ਤੁਸੀਂ ਉਹਦੇ ਵਿੱਚ ਵੜਨਾ ਹੈ, ਉਦੋਂ ਤੱਕਣਾ ਹੈ, ਫਿਰ ਉਹਦੇ ਤੋਂ ਬਾਅਦ ਉਹ ਕੰਮ ਹੋਣਾ ਹੈ। ਤੇ ਜੇ ਅਗਰ ਤੁਸੀਂ ਕਿਸੇ ਉਸਤਾਦ ਕੋਲ ਅੱਛੇ ਕੋਲ ਜਾ ਕੇ ਸਿੱਖਦੇ ਹੋ, ਕਿਸੇ ਕੋਲ ਪੁੱਛ ਲੈਂਦੇ ਹੋ ਗੱਲ, ਤੇ ਉਹ ਤੁਹਾਡੇ ਵਾਸਤੇ ਟਾਈਮ ਜਿਹੜਾ ਨਾ ਉਹ ਬਹੁਤ ਜ਼ਿਆਦਾ ਤੁਹਾਡਾ ਟਾਈਮ ਬਚ ਜੇਗਾ। ਕਬੂਤਰ ਦੀ ਤੁਸੀਂ ਮਿਸਾਲ ਦੇ ਤੌਰ ਤੇ ਮਲੱਠੀ ਦੀ ਗੱਲ ਕਰਦੇ ਨਾ ਪਏ, ਤੇ ਮਲੱਠੀ ਐਸੀ ਚੀਜ਼ ਹੈ ਭਾਈ ਜੀ ਕਿ ਛੜਾ ਮਲੱਠੀ ਦਾ ਪਾਣੀ ਵੀ ਦੇ ਕੇ ਨਾ ਮੈਂ ਕਬੂਤਰਾਂ ਨੂੰ ਗਰਮੀ ਵਿੱਚ ਚੈੱਕ ਕੀਤਾ ਤੇ ਉਹ ਕਬੂਤਰ ਟਾਈਮ ਵਧਾ ਕੇ ਹੀ ਆਉਂਦੇ। ਔਰ ਸਿਰਫ ਉਹਦੇ ਵਿੱਚ ਇਹ ਹਾਂ ਕਿ ਉਹ ਗਲਾ ਜਿਹੜਾ ਨਾ ਕਬੂਤਰ ਦਾ ਉਹ ਬੜਾ ਜ਼ਬਰਦਸਤ ਸਾਫ਼ ਰੱਖਦੀ ਤੇ ਤਰ ਰੱਖਦੀ ਗਲਾ, ਗਲੇ ਨੂੰ ਖੁਸ਼ਕੀ ਮਹਿਸੂਸ ਨਹੀਂ ਹੁੰਦੀ ਤੇ ਜਿਹਦੀ ਵਜ੍ਹਾ ਤੋਂ ਜਿਹੜਾ ਨਾ ਉਹ ਕਬੂਤਰ ਬੜੇ ਜ਼ਬਰਦਸਤ ਉੱਡਦੇ। ਤੇ ਉਹ ਕਬੂਤਰਾਂ ਦਾ ਪਰ ਕੁੰਦਾ ਤੱਕ ਹੀ ਬੰਦੇ ਨੂੰ ਪਿਆ ਪਤਾ ਲੱਗਦਾ, ਮਹਿਸੂਸ ਪਿਆ ਹੁੰਦਾ ਕਿ ਯਾਰ ਅੱਜ ਜਿਹੜਾ ਨਾ ਕਬੂਤਰ ਦਾ ਕੁੰਦਾ ਹੋਰ ਸਟਾਈਲ ਦਾ ਚੱਲਦਾ ਪਿਆ। ਤੇ ਅਗਲੀ ਇਹ ਦੇਸੀ ਚੀਜ਼ਾਂ ਨਾਲ ਜਿਹੜੀਆਂ ਨੇ ਨਾ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਟੋਟਕੇ ਹੁੰਦੇ ਨੇ, ਇਹ ਕੰਮ ਬੜਾ ਕਰਦੀਆਂ ਜੇ। ਤੇ ਜਿਹੜੇ ਕਬੂਤਰ ਨੂੰ ਲੱਗ ਜੇ ਨਾ ਕੋਈ ਵੀ ਚੀਜ਼ ਦੇਸੀ ਟੋਟਕਾ, ਮਿਸਾਲ ਤੌਰ 'ਤੇ ਹੁਣ ਇਹ ਮਲੱਠੀ ਹੈ, ਇਹ ਕਬੂਤਰ ਨੂੰ ਤੁਸੀਂ ਸਿਰਫ ਮਲੱਠੀ ਦਾ ਪਾਣੀ ਸੁਬਹ ਜਾਣ ਲੱਗਿਆ ਦਿੰਦੇ ਹੋ, ਸੀਸੀ ਡੇਟ ਦਿੰਦੇ ਹੋ, ਤੇ ਉਹ ਕਬੂਤਰ ਜੇਕਰ ਤੁਹਾਡਾ 12 ਵਜੇ ਬਹਿੰਦਾ ਹੋ ਤੇ ਉਹ ਕਬੂਤਰ ਤੁਹਾਡਾ ਸ਼ਾਮੀ 4-5 ਤੇ ਟੁਰ ਗਿਆ, ਤੇ ਫਿਰ ਉਹ ਮਲੱਠੀ ਵਾਲਾ ਪਾਣੀ ਉਹਦੇ ਵਾਸਤੇ ਨੁਸਖਾ ਹੈ, ਉਹਨੂੰ ਹੋਰ ਕੋਈ ਚੀਜ਼ ਦੇਣੇ ਦੀ ਜ਼ਰੂਰਤ ਨਹੀਂ। ਮਗਰ ਕੀ ਹੈ, ਇਹ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਕਰਨੀਆਂ ਪੈਂਦੀਆਂ ਨੇ, ਪ੍ਰੈਕਟੀਕਲ ਕਰਕੇ ਤੇ ਤੱਕਣੀਆਂ ਪੈਂਦੀਆਂ ਨੇ, ਫਿਰ ਉਹਦੇ ਤੋਂ ਬਾਅਦ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਚੀਜ਼ ਦਾ ਰਿਜ਼ਲਟ ਕੀ ਹੈ। ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਨਾ, ਜਿਹੜੀ ਖੁਰਾਕ ਦੇ ਵਿੱਚ ਮੋਟੀ ਇਲਾਚੀ ਜੇ ਨਾ, ਸਿਰਫ ਮੋਟੀ ਇਲਾਚੀ ਜਾਂ ਜਿਹੜੀ ਦੱਖਣੀ ਮਿਰਚ ਪਾਉਂਦੇ ਹੋ ਤੁਸੀਂ, ਜੇ ਅਗਰ ਮਿਸਾਲ ਦੇ ਤੌਰ 'ਤੇ 100 ਬਦਾਮ ਵਿੱਚ 10-15 ਦਾਣੇ ਪਾਉਂਦੇ ਹੋ ਨਾ ਮੋਟੀ ਇਲਾਚੀ ਦੇ, ਤੇ 2-4-5 ਜਿਹੜੇ ਪਾਉਂਦੇ ਹੋ ਇਹਦੇ ਸਫੈਦ ਮਿਰਚ ਦੇ, ਤੁਸੀਂ ਇਹਨਾਂ ਦੀ ਥੋੜ੍ਹੀ ਥੋੜ੍ਹੀ ਮਿਕਦਾਰ ਮਿਸਾਲ ਦੇ ਤੌਰ 'ਤੇ ਜੇ ਉਹ 10 ਪਾਉਂਦੇ ਹੋ ਤੇ ਉਹ 13-14 ਦਾਣੇ ਕਰਕੇ ਤੱਕ ਲਓ, ਲੱਗਦਾ ਬੰਦੇ ਨੂੰ ਕੁਝ ਵੀ ਨਹੀਂ ਕਿ ਯਾਰ ਇਹ ਮੋਟੀ ਇਲਾਚੀ ਦੇ ਦਾਣੇ ਨੇ, 2-3 ਫਾਲਤੂ ਹੋ ਗਏ ਤੇ ਕੀ ਹੋਵੇਗਾ। ਉਹ ਤੁਸੀਂ ਚੈੱਕ ਕਰਕੇ ਤੱਕ ਲਓ ਵੀ ਤੁਹਾਨੂੰ ਕਬੂਤਰਾਂ ਨੂੰ ਨੁਸਖਾ ਦੇਣੇ ਦੀ ਵੀ ਜ਼ਰੂਰਤ ਕੋਈ ਨਹੀਂ ਪੈਣ ਲੱਗੀ। ਕਿਉਂ ਜੇ ਕਬੂਤਰ ਭਾਈ ਜੀ ਗਰਮ ਖੁਰਾਕ, ਇਹ ਜਿਹੜੀ ਮੋਟੀ ਇਲਾਚੀ ਤੇ ਸਫੈਦ ਮਿਰਚ, ਦੱਖਣੀ ਮਿਰਚ ਜਿਹਨੂੰ ਆਖਦੇ ਨੇ, ਮਨੱਕਾ, ਇਹ ਚੀਜ਼ਾਂ ਬਦਾਮਾਂ ਦੇ ਵਿੱਚ ਪੈਂਦੀਆਂ ਨੇ, ਤੁਸੀਂ ਸਮਝ ਲਓ ਕਿ ਕਬੂਤਰ ਨੂੰ ਤੇ ਇੱਕ ਵਾਰੀ ਫਿਰ ਅੰਦਰੋਂ ਜਿਹੜਾ ਉਹਨੂੰ ਸਹੀ ਪੂਰਾ ਇੱਕ ਵਾਰੀ ਓਕੇ ਦੀ ਰਿਪੋਰਟ ਕਰ ਛੱਡਦੇ ਨੇ। ਤੇ ਇਸ ਗੱਲੇ ਜਿਹਨੇ ਕਿਸੇ ਨੇ ਵੈਸੇ ਚੈੱਕ ਕਰਨਾ ਹੋਵੇ ਨਾ ਕਿ ਯਾਰ ਖੁਰਾਕ ਨਾਲ ਵੀ ਕਬੂਤਰ ਅੱਗੇ ਹੋਰ ਜਾਂਦੇ ਨੇ, ਕੋਈ ਨਹੀਂ, ਉਹ 2-4 ਦਾਣੇ ਜਿਹੜੇ ਨਾ ਮੋਟੀ ਇਲਾਚੀ ਦੇ ਉਹ ਥੋੜ੍ਹੇ ਜਿਹੇ ਫਾਲਤੂ ਪਾ ਕੇ ਤੱਕ ਲਿਓ, ਤੁਹਾਨੂੰ ਕਬੂਤਰ ਜਿਹੜੇ ਨੇ ਆਪਣਾ ਆਪ ਦੱਸ ਦਿੰਦੇ। ਤੇ ਠੀਕ ਹੈ, ਫੀਮ ਵਾਲੀ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ, ਸਬਸਕ੍ਰਾਈਬ ਕੋਈ ਨਹੀਂ ਹੋ ਵੀਰ ਭਰਾ ਕਰਦੇ, ਜ਼ਿਆਦਾ ਵੀਡੀਓ ਤੱਕਦੇ ਵੀ ਹੋ ਤੇ ਸਬਸਕ੍ਰਾਈਬ ਨਹੀਂ ਹੋ ਕਰਦੇ। ਚਲੋ ਕੋਈ ਨਹੀਂ, ਹੈ ਹੀ ਅੱਲਾ ਕਰੇ ਤਾਂ ਕਰ ਹੀ ਲੋ। ਤੇ ਫੀਮ ਵਾਲੀ ਪਾਕਿਸਤਾਨ ਜਿੰਦਾਬਾਦ, ਯਾਰ ਸਲਾਮਤ ਹੈ, सोबत पर।